प्यारे विद्यार्थियों, ਅੱਜ ਆਪਾਂ ਡਿਸਕਸ ਕਰਾਂਗੇ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਸਾਰੀ ਬੁੱਕਕੀਪਿੰਗ ਦੇ ਵਿੱਚ, ਸਾਰੀ ਅਕਾਊਂਟਿੰਗ ਦੇ ਵਿੱਚ, ਜਿਸ ਦੇ ਉੱਤੇ ਸਾਰੀ ਅਕਾਊਂਟਿੰਗ ਆਧਾਰਿਤ ਹੈ। ਉਹ ਹੈ ਡਬਲ ਐਂਟਰੀ ਸਿਸਟਮ ਦਾ, ਜਿਹਦੇ ਵਿੱਚ ਅਕਾਊਂਟਿੰਗ ਇਕੁਏਸ਼ਨ ਦੀ ਵੀ ਗੱਲ ਕੀਤੀ ਜਾਵੇਗੀ। ਡਬਲ ਐਂਟਰੀ ਸਿਸਟਮ ਹੁੰਦਾ ਕੀ ਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਾਂਗਾ। ਤਾਂ ਡਬਲ ਐਂਟਰੀ ਸਿਸਟਮ ਬੁਨਿਆਦੀ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹ ਦੋ ਐਂਗਲ ਦੀ ਸਾਡੇ 'ਚ ਜਿਹੜੀ ਇਹ ਗੱਲ ਚੱਲਦੀ ਹੈ। ਡਬਲ ਐਂਟਰੀ ਸਿਸਟਮ, ਇਹਨੂੰ ਅਸੀਂ ਦੂਰੀ ਲੇਖਾ ਪ੍ਰਣਾਲੀ ਆਖਦੇ ਹਾਂ। ਡਬਲ ਐਂਟਰੀ ਸਿਸਟਮ ਬੁਨਿਆਦੀ ਤੌਰ ਤੇ ਕੀ ਆ? ਡਬਲ ਐਂਟਰੀ ਸਿਸਟਮ ਤੋਂ ਭਾਵ ਅਜਿਹੀ ਲੇਖਾ ਪ੍ਰਣਾਲੀ ਜਿਸ ਵਿੱਚ ਹਰ ਇੱਕ ਲੈਣ ਦੇਣ, ਵਪਾਰਕ ਲੈਣ ਦੇਣ, ਜਿਸ ਦੀ ਮੈਂ ਤੁਹਾਡੇ ਨਾਲ ਬਹੁਤ ਵਾਰੀ ਪਹਿਲਾਂ ਗੱਲ ਕਰ ਚੁੱਕਿਆ। ਹਰ ਵਪਾਰਕ ਲੈਣ ਦੇਣ ਦੇ ਦੋ ਪੱਖ ਹੁੰਦੇ ਨੇ, ਇੱਕ ਪੱਖ ਲੈਣ ਵਾਲਾ, ਇੱਕ ਪੱਖ ਦੇਣ ਵਾਲਾ। ਜਿੰਨਾ ਚਿਰ ਦੋ ਪੱਖ ਨਹੀਂ ਹੋਣਗੇ, ਜਿੰਨਾ ਚਿਰ ਦੋ ਧਿਰਾਂ ਇਨਵੋਲਵ ਨਹੀਂ ਹੋਣਗੀਆਂ, ਕੋਈ ਵੀ ਲੈਣ ਦੇਣ ਨਹੀਂ ਹੋ ਸਕਦਾ, ਕੋਈ ਵੀ ਟ੍ਰਾਂਜੈਕਸ਼ਨ ਨਹੀਂ ਹੋ ਸਕਦੀ। ਸੋ ਯਾਦ ਰੱਖਣਾ, ਕੋਈ ਵੀ ਟ੍ਰਾਂਜੈਕਸ਼ਨ ਉਹਨਾਂ ਚਿਰ ਅਧੂਰੀ ਹੈ ਜਿੰਨਾ ਚਿਰ ਇਹਦੇ ਵਿੱਚ ਦੋ ਪਾਰਟੀਆਂ ਇਨਵੋਲਵ ਨਹੀਂ। ਤਾਂ ਇਹੀ ਬੁਨਿਆਦੀ ਤੌਰ ਤੇ ਡਬਲ ਐਂਟਰੀ ਸਿਸਟਮ ਆਫ ਬੁੱਕਕੀਪਿੰਗ ਹੈਗਾ, ਜਿਹਦੇ ਉੱਤੇ ਸਾਰੀ ਟੋਟਲ ਸਾਡੀ ਅਕਾਊਂਟਿੰਗ ਚੱਲਣੀ ਆ। ਔਰ ਇਹ ਡਬਲ ਐਂਟਰੀ ਸਿਸਟਮ ਆਫ ਬੁੱਕਕੀਪਿੰਗ ਦਾ ਮੇਨ ਆਧਾਰ ਸਾਡਾ ਕੀ ਬਣਦਾ? ਉਹ ਆਧਾਰ ਬਣਦਾ ਸਾਡਾ ਅਕਾਊਂਟਿੰਗ ਇਕੁਏਸ਼ਨ। ਅਕਾਊਂਟਿੰਗ ਇਕੁਏਸ਼ਨ ਕੀ ਆ? ਕੈਪੀਟਲ ਪਲੱਸ ਲਾਇਬਿਲਿਟੀਜ਼ ਇਜ਼ ਇਕੁਅਲ ਟੂ ਐਸੈਟਸ। ਕੈਪੀਟਲ ਮੈਂ ਤੁਹਾਨੂੰ ਦੱਸ ਚੁੱਕਿਆ ਕੀ ਹੈ। ਕੈਪੀਟਲ ਤੋਂ ਭਾਵ ਐਨੀ ਇਨਵੈਸਟਮੈਂਟ ਮੇਡ ਬਾय ਦਾ ਪ੍ਰੋਪਰਾਈਟਰ। ਪ੍ਰੋਪਰਾਈਟਰ ਜੋ ਕੁਝ ਵੀ ਬਿਜ਼ਨਸ ਦੇ ਵਿੱਚ ਲਗਾਉਂਦਾ ਉਹਨੂੰ ਅਸੀਂ ਪੂੰਜੀ ਆਖਦੇ ਹਾਂ। ਦੂਜੀ ਚੀਜ਼ ਆ ਲਾਇਬਿਲਿਟੀਜ਼। ਲਾਇਬਿਲਿਟੀਜ਼ ਕੀ ਨੇ? ਜਿਹੜੀਆਂ ਦੇਣਦਾਰੀਆਂ ਨੇ, ਬਾਹਰੀ ਦੇਣਦਾਰੀਆਂ ਨੇ। ਕੋਈ ਅਸੀਂ ਉਧਾਰ ਸਮਾਨ ਲਿਆਂਦਾ, ਕੋਈ ਅਸੀਂ ਬੈਂਕ ਤੋਂ ਕਰਜ਼ਾ ਲਿਆ, ਕੋਈ ਅਸੀਂ ਬੌਂਡ ਲਏ, ਕੋਈ ਅਸੀਂ ਡਿਬੈਂਚਰ। ਇਹ ਸਾਰੀਆਂ ਕੀ ਨੇ? ਲਾਇਬਿਲਿਟੀਜ਼ ਨੇ। ਤੇ ਬਰਾਬਰ ਕਾਹਦੇ ਆਉਣਗੀਆਂ? ਇਹ ਐਸੈਟਸ ਦੇ। ਐਸੈਟਸ ਸਾਰੀਆਂ ਸੰਪਤੀਆਂ ਜਿੰਨੀਆਂ ਵੀ, ਉਹ ਚਾਹੇ ਫਿਕਸਡ ਐਸੈਟਸ ਹੋਣ, ਚਾਹੇ ਉਹ ਕਰੰਟ ਐਸੈਟਸ ਹੋਣ, ਚਾਹੇ ਉਹ ਫਲਕਚੁਏਟਿੰਗ ਐਸੈਟਸ ਹੋਣ। ਮੈਂ ਐਸੈਟਸ ਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰ ਚੁੱਕਿਆ ਜਦੋਂ ਮੈਂ ਟਰਮਸ ਤੁਹਾਨੂੰ ਸਮਝਾਈਆਂ ਸੀ। ਇਹ ਅਕਾਊਂਟਿੰਗ ਇਕੁਏਸ਼ਨ ਜਿਹੜੀ ਆ, ਇਹ ਸਾਰੀ ਚੀਜ਼ ਦਾ ਸਾਡਾ ਆਧਾਰ ਬਣੂਗੀ। ਇਸ ਦੇ ਆਧਾਰ ਤੇ ਅਕਾਊਂਟਿੰਗ ਸਿਸਟਮ ਸਾਡਾ ਚੱਲਣਾ। ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਜੇ ਇਹਨੂੰ ਅਸੀਂ ਸਪੋਜ਼ ਅਸੀਂ ਕੀ ਕਰ ਦਈਏ, ਅਸੀਂ ਕੈਪੀਟਲ ਪਲੱਸ ਲਾਇਬਿਲਿਟੀਜ਼ ਨੂੰ ਐਸੈਟਸ ਦੇ ਬਰਾਬਰ ਕੀਤਾ। ਜੇ ਅਸੀਂ ਇਹਨੂੰ ਇਦਾਂ ਕਰ ਦਈਏ, ਐਸੈਟਸ ਮਾਈਨਸ ਲਾਇਬਿਲਿਟੀਜ਼ ਇਜ਼ ਇਕੁਅਲ ਟੂ ਕੈਪੀਟਲ, ਪੂੰਜੀ ਬਚ ਜਾਂਦੀ ਹੈ। ਭਾਵ ਇਸ ਤੋਂ ਕੀ ਨਿਕਲ ਗਿਆ ਕਿ ਵਪਾਰ ਦੀਆਂ ਸੰਪਤੀਆਂ ਦੇ ਵਿੱਚੋਂ ਪਹਿਲਾ ਅਧਿਕਾਰ ਕਿਹਦਾ? ਵਪਾਰ ਦੀਆਂ ਲਾਇਬਿਲਿਟੀਜ਼ ਦਾ। ਬਾਹਰੀ ਲੋਕਾਂ ਦਾ ਜੋ ਦੇਣਾ ਉਹ ਪਹਿਲਾਂ ਦਿੱਤਾ ਜਾਊਗਾ। ਉਹ ਦੇ ਦਵਾ ਕੇ ਜੋ ਬਚਦਾ ਉਹ ਕੀ ਬਚ ਜੂ? ਪੂੰਜੀ। ਇਹ ਕਿਹੜੀ ਸਥਿਤੀ 'ਚ ਲੋੜ ਪੈਂਦੀ ਹੈ ਇਸ ਗੱਲ ਦੀ? ਸਪੋਜ਼ ਵਪਾਰ ਬੰਦ ਹੋ ਗਿਆ, ਫੇਲ ਹੋ ਜਾਂਦਾ, ਵਪਾਰ ਨੂੰ ਘਾਟਾ ਪੈ ਜਾਂਦਾ, ਸਾਰੇ ਹਿਸਾਬ ਕਿਤਾਬ ਕਰਨੇ ਨੇ। ਤਾਂ ਉਹਨਾਂ ਹਿਸਾਬ ਕਿਤਾਬ ਕਰਨ ਵੇਲੇ ਕੀ ਹੋਊ? ਸਭ ਤੋਂ ਪਹਿਲਾਂ ਜਿਹੜੀਆਂ ਬਾਹਰੀ ਦੇਣਦਾਰੀਆਂ ਨੇ ਉਹਨਾਂ ਦਾ ਭੁਗਤਾਨ ਕੀਤਾ ਜਾਊ, ਜੋ ਬਾਹਰੀ ਲੋਕਾਂ ਦਾ ਦੇਣਾ। ਤੇ ਜਿਹੜਾ ਕੁਝ ਬਚ ਜੂ ਉਹ ਫਿਰ ਕਿਹਦੇ ਕੋਲੇ ਆਜੂ? ਜਿਹੜੇ ਮਾਲਕ ਨੇ ਉਹਨਾਂ ਕੋਲੇ ਕੈਪੀਟਲ ਦੇ ਰੂਪ 'ਚ ਆਜੂ। ਅਗਲੀ ਗੱਲ ਜਿਹੜੀ ਯਾਦ ਰੱਖਣੀ ਆ, ਕੈਪੀਟਲ ਨੂੰ ਅਸੀਂ ਓਨਰਸ ਇਕੁਇਟੀ ਵੀ ਆਖ ਦਿੰਦੇ ਆ। ਓਨਰਸ ਇਕੁਇਟੀ। ਕੈਪੀਟਲ ਕੀ ਬਣ ਗਈ? ਓਨਰ ਦੀ ਇਕੁਇਟੀ ਬਣ ਗਈ। ਲਾਇਬਿਲਿਟੀ ਨੂੰ ਅਸੀਂ ਕੀ ਕਹਿ ਸਕਦੇ ਹਾਂ? ਅਸੀਂ ਲਾਇਬਿਲਿਟੀਜ਼ ਨੂੰ ਕ੍ਰੈਡੀਟਰਸ ਇਕੁਇਟੀ ਵੀ ਆਖ ਦਿੰਦੇ ਹਾਂ। ਤੇ ਜਿਹੜੀਆਂ ਸਾਰੀਆਂ ਐਸੈਟਸ ਨੇ ਇਹਨੂੰ ਅਸੀਂ ਟੋਟਲ ਇਕੁਇਟੀ, ਇਹ ਕੀ ਬਣ ਗਈ ਸਾਡੀ? ਟੋਟਲ ਇਕੁਇਟੀ ਵੀ ਬਣ ਗਈ। ਤਾਂ ਹੁਣ ਇਹ ਇਕੁਏਸ਼ਨ ਨੂੰ ਜੇ ਮੈਂ ਬਦਲਣਾ ਹੋਵੇ, ਮੈਂ ਕਹਾਂਗਾ ਕਿ ਜਿਹੜੀ ਟੋਟਲ ਇਕੁਇਟੀ ਹੈ ਉਹ ਕਾਹਦੇ ਬਰਾਬਰ ਆ ਗਈ? ਐਸੈਟਸ ਦੇ। ਟੋਟਲ ਇਕੁਇਟੀ ਕਾਹਦੇ ਬਰਾਬਰ ਆ ਗਈ? ਐਸੈਟਸ ਦੇ। ਜੇ ਹੁਣ ਤੁਹਾਨੂੰ ਕੋਈ ਟੋਟਲ ਇਕੁਇਟੀ ਪੁੱਛ ਲਵੇ, ਘਬਰਾਉਣਾ ਨਹੀਂ, ਉਲਝਣਾ ਨਹੀਂ। ਟੋਟਲ ਇਕੁਇਟੀ ਤੋਂ ਕੀ ਭਾਵ ਆ? ਟੋਟਲ ਇਕੁਇਟੀ ਤੋਂ ਭਾਵ ਕੈਪੀਟਲ ਪਲੱਸ ਲਾਇਬਿਲਿਟੀ ਹੈਗਾ ਕਿ ਵਪਾਰ ਦੀ ਕਿੰਨੀ ਪੂੰਜੀ ਆ, ਕਿੰਨੀਆਂ ਦੇਣਦਾਰੀਆਂ ਨੇ, ਉਹ ਕੀ ਬਣ ਜੂ? ਸਾਡੀ ਟੋਟਲ ਇਕੁਇਟੀ ਬਣ ਜੂ। ਔਰ ਟੋਟਲ ਇਕੁਇਟੀ ਹਮੇਸ਼ਾ ਬਰਾਬਰ ਕਾਹਦੇ ਆਏਗੀ? ਉਹ ਟੋਟਲ ਐਸੈਟਸ ਦੇ ਆ ਜਾਏਗੀ। ਇਹਨੂੰ ਮੈਂ ਹੋਰ ਖੋਲਦਾ ਹੁਣ ਇਕੁਏਸ਼ਨ ਨੂੰ ਤੁਹਾਡੇ ਲਈ। ਜਦੋਂ ਇਹਨੂੰ ਅਸੀਂ ਹੋਰ ਖੋਲਾਂਗੇ ਤਾਂ ਇਹ ਜੋ ਸਾਹਮਣੇ ਬਣ ਕੇ ਆਏਗੀ, ਦੇਖੋ ਮੈਂ ਲਿਖਿਆ ਸੀ ਕੈਪੀਟਲ ਪਲੱਸ ਲਾਇਬਿਲਿਟੀ ਇਜ਼ ਇਕੁਅਲ ਟੂ ਐਸੈਟਸ। ਹੁਣ ਜੇ ਮੈਂ ਕੈਪੀਟਲ ਨੂੰ ਹੋਰ ਖੋਲਣਾ ਹੋਵੇ, ਮੈਂ ਕੈਪੀਟਲ ਨੂੰ ਇਹ ਕਹਿ ਸਕਦਾ ਇਨਸਾਈਡਰਸ ਕਲੇਮ। ਲਾਇਬਿਲਿਟੀ ਨੂੰ ਮੈਂ ਕਹਿ ਸਕਦਾ
आउटसाइडर्स क्लेम्स इज इक्वल टू टोटल क्लेम्स। लाइबिलिटीज इनसाइडर क्लेम, इनसाइडर तो की भाव हो गया मालकां दा, मालक की ने ਵਪਾਰ ਦੇ ਇਨਸਾਈਡਰ ਨੇ ਜਿਨ੍ਹਾਂ ਨੇ ਪੈਸਾ ਲਾਇਆ ਹੁੰਦਾ। ਇਸ ਕਰਕੇ ਇਨਸਾਈਡਰ ਦੇ ਕਲੇਮ ਮਾਲਕ ਪੂੰਜੀ ਕਿਉਂ ਲਾਉਂਦੇ ਨੇ, ਕਿਉਂ ਲਾਉਂਦੇ ਨੇ? ਉਹਨਾਂ ਨੇ ਪ੍ਰੋਫਿਟ ਕਮਾਉਣਾ। ਵੈਸੇ ਨਹੀਂ ਕੋਈ ਵੀ ਬੰਦਾ ਵਪਾਰ 'ਚ ਆਪਣਾ ਪੈਸਾ ਲਾਉਂਦਾ, ਉਹਦਾ ਮਕਸਦ ਕੀ ਆ ਕਿ ਮੈਨੂੰ ਮੇਰੀ ਪੂੰਜੀ ਦੇ ਉੱਤੇ ਪ੍ਰੋਫਿਟ ਮਿਲੇ। ਤੇ ਯਾਦ ਰੱਖਿਓ ਕਈ ਵਪਾਰਾਂ ਦੇ ਵਿੱਚ ਉਹ ਨਾਲ ਪ੍ਰੋਫਿਟ ਤੋਂ ਇਲਾਵਾ ਜਦੋਂ ਪਾਰਟਨਰਸ਼ਿਪ ਵਗੈਰਾ ਕੀਤੀ ਜਾਂਦੀ ਆ ਆਪਣੀ ਪੂੰਜੀ ਤੇ ਵਿਆਜ ਵੀ ਮੰਗਦੇ ਨੇ ਕਿ ਮੇਰੀ ਪੂੰਜੀ ਤੇ ਵਿਆਜ ਵੀ ਮਿਲੂਗਾ ਪਲੱਸ ਮੈਨੂੰ ਵਿਆਜ ਦੇ ਨਾਲ ਨਾਲ ਪ੍ਰੋਫਿਟ ਚੋਂ ਹਿੱਸਾ ਵੀ ਮਿਲੂ। ਇਸ ਕਰਕੇ ਇਹ ਇਨਸਾਈਡਰ ਹੋ ਗਏ ਭਾਵ ਜਿਨ੍ਹਾਂ ਦਾ ਵਪਾਰ ਆ। ਦੂਜੇ ਕੀ ਹੋ ਗਏ? ਆਊਟਸਾਈਡਰ, ਜਿਹੜੇ ਬਾਹਰੀ ਲੋਕ ਹੋ ਗਏ। ਵਪਾਰ ਨਹੀਂ ਹੈਗਾ ਉਹਨਾਂ ਦਾ, ਉਹ ਬਾਹਰੀ ਲੋਕ ਨੇ। ਬਾਹਰੀ ਲੋਕ ਕੌਣ ਨੇ? ਤੁਹਾਨੂੰ ਉਧਾਰ ਦੇਣ ਵਾਲੇ ਕ੍ਰੈਡੀਟਰਸ, ਤੁਹਾਨੂੰ ਬੈਂਕ ਜਿਹੜਾ ਕੋਈ ਲੋਨ ਦਿੰਦਾ ਉਹ ਆ ਗਏ। ਤਾਂ ਉਹਦੇ ਵਿੱਚ ਬਣ ਗਏ ਟੋਟਲ ਕਲੇਮਸ। ਸੋ ਅਕਾਊਂਟਿੰਗ ਇਕੁਏਸ਼ਨ ਜਦੋਂ ਤੁਹਾਨੂੰ ਕੋਈ ਪੁੱਛੇਗਾ ਤਾਂ ਤੁਸੀਂ ਇੱਕੋ ਗੱਲ ਬੜੀ ਕਲੀਅਰ ਸਪਸ਼ਟ ਤੌਰ ਤੇ ਦੱਸਣੀ ਆ ਕਿ ਅਕਾਊਂਟਿੰਗ ਇਕੁਏਸ਼ਨ ਕੀ ਹੁੰਦੀ ਆ। ਐਸੈਟਸ ਆਰ ਆਲਵੇਜ਼ ਇਕੁਅਲ ਟੂ ਕੈਪੀਟਲ ਪਲੱਸ ਲਾਇਬਿਲਿਟੀਜ਼ ਦੇ ਬਰਾਬਰ ਹੁੰਦੀਆਂ। ਉਲਝਣਾ ਨਹੀਂ, ਜੇ ਕੋਈ ਕੈਪੀਟਲ ਨੂੰ ਇਨਸਾਈਡਰ ਕਲੇਮ ਕਹਿ ਦੇ ਇੱਕੋ ਗੱਲ ਹੈਗੀ ਆ, ਜੇ ਕੈਪੀਟਲ ਨੂੰ ਕੋਈ ਓਨਰ ਦੀ ਇਕੁਇਟੀ ਕਹਿ ਦੇ ਤਾਂ ਵੀ ਇੱਕੋ ਗੱਲ ਆ, ਦੂਜੇ ਪਾਸੇ ਲਾਇਬਿਲਿਟੀ ਨੂੰ ਕ੍ਰੈਡੀਟਰਸ ਦੀ ਇਕੁਇਟੀ ਕਹਿ ਦੇ ਤਾਂ ਵੀ ਇੱਕੋ ਗੱਲ ਆ, ਜੇ ਕੋਈ ਆਊਟਸਾਈਡਰ ਕਲੇਮ ਕਹਿ ਦੇ ਤਾਂ ਵੀ ਇੱਕੋ ਗੱਲ ਆ। ਦੂਜੇ ਪਾਸੇ ਸਾਡੀਆਂ ਐਸੈਟਸ ਆ ਜਾਂਦੀਆਂ ਨੇ, ਉਹ 'ਚ ਸਾਰੀਆਂ ਸੰਪਤੀਆਂ ਆ ਜਾਂਦੀਆਂ। ਯਾਦ ਕੀ ਰੱਖਣਾ ਹੈ ਮੁੱਖ ਤੌਰ ਤੇ ਜਦੋਂ ਸਾਰੀ ਤੁਸੀਂ ਅਕਾਊਂਟਿੰਗ ਕਰਨੀ ਆ ਉਹ 'ਚ ਤੁਸੀਂ ਕੈਪੀਟਲ ਪਲੱਸ ਲਾਇਬਿਲਿਟੀਜ਼ ਬਰਾਬਰ ਹੈ ਐਸੈਟਸ ਯਾਦ ਰੱਖਣਾ। ਇਸ ਤੋਂ ਅਗਲੀ ਗੱਲ ਜਿਹੜੀ ਇਹਦੇ ਵਿੱਚ ਆਊਗੀ, ਜਿਹੜੀ ਮੈਂ ਤੁਹਾਨੂੰ ਡਬਲ ਐਂਟਰੀ ਸਿਸਟਮ ਦੀ ਗੱਲ ਕੀਤੀ ਆ ਕਿ ਜਦੋਂ ਕੋਈ ਵੀ ਤੁਸੀਂ ਲੈਣ ਦੇਣ ਕਰੋਗੇ ਉਹਦਾ ਡਬਲ ਇਫੈਕਟ ਪਵੇਗਾ, ਉਹਦਾ ਡਬਲ ਇੰਪੈਕਟ ਪਵੇਗਾ। ਕਿਵੇਂ ਪਵੇਗਾ? ਸਪੋਜ਼ ਵਪਾਰ ਕੈਪੀਟਲ ਵਪਾਰ 'ਚ ਆਉਂਦੀ ਹੈ ਤਾਂ ਇਹਦਾ ਮਤਲਬ ਜਦੋਂ ਕੈਪੀਟਲ ਵਪਾਰ 'ਚ ਆਈ ਕਿਵੇਂ ਆਊਗੀ? ਕੈਸ਼ ਆਊਗੀ। ਕੈਸ਼ ਕਿਹਨੇ ਲਿਆਂਦਾ? ਮਾਲਕ ਨੇ ਲਿਆਂਦਾ। ਇਹਦਾ ਮਤਲਬ ਵਪਾਰ 'ਚ ਕੈਸ਼ ਆ ਗਿਆ। ਕੈਸ਼ ਕੀ ਹੈ ਤੁਹਾਡੀ? ਐਸੈਟ ਆ। ਐਸੈਟ ਵੱਧ ਗਈ। ਜਦੋਂ ਐਸੈਟ ਵੱਧ ਗਈ ਦੂਜੇ ਪਾਸੇ ਹੋਰ ਕਿਹੜੀ ਚੀਜ਼ 'ਚ ਵਾਧਾ ਹੋ ਗਿਆ? ਉਹਦੀ ਪੂੰਜੀ 'ਚ ਵੀ ਵਾਧਾ ਹੋ ਗਿਆ। ਦੂਜੇ ਪਾਸੇ ਕੈਪੀਟਲ ਵੱਧ ਗਈ ਤਾਂ ਇੰਪੈਕਟ ਕੀ ਪੈ ਗਿਆ? ਜਿੰਨਾ ਕੈਸ਼ ਵਧਿਆ ਐਸੈਟ ਵਧੀ ਓਨੀ ਦੂਜੇ ਪਾਸੇ ਕੈਪੀਟਲ ਵੱਧ ਗਈ। ਭਾਵ ਇਸ ਨੇ ਹਮੇਸ਼ਾ ਬਰਾਬਰ ਰਹਿਣਾ। ਤਾਂ ਜਦੋਂ ਅਸੀਂ ਡਬਲ ਐਂਟਰੀ ਸਿਸਟਮ ਦੀ ਗੱਲ ਕਰਦੇ ਹਾਂ ਕਿਹਾ ਤਾਂ ਇਹ ਜਾਂਦਾ ਕਿ 13ਵੀਂ ਸਦੀ ਦੇ ਵਿੱਚ ਡਬਲ ਐਂਟਰੀ ਸਿਸਟਮ ਦਾ ਕਨਸੈਪਟ ਆਇਆ ਸੀ, ਪਰ ਅਸਲ ਦੇ ਵਿੱਚ ਜੋ ਅਕਾਊਂਟਿੰਗ ਦੀਆਂ ਕਿਤਾਬਾਂ ਮੰਨਦੀਆਂ ਨੇ, ਜੋ ਸਾਰਾ ਸਿਸਟਮ ਮੰਨਦਾ, ਉਹ 'ਚ ਇਹ ਕਿਹਾ ਜਾਂਦਾ ਕਿ ਡਬਲ ਐਂਟਰੀ ਸਿਸਟਮ ਆਫ ਬੁੱਕ ਕੀਪਿੰਗ ਦਾ ਜਿਹੜਾ ਕਨਸੈਪਟ ਸੀ ਉਹ ਲੂਕਾ ਪਾਚੋਲੀ ਜੋ ਇਟਾਲੀਅਨ ਮੈਥਮੈਟੀਸ਼ੀਅਨ ਸੀਗਾ ਉਸ ਨੇ ਦਿੱਤਾ ਸੀ। ਉਹਨੇ ਬੜੇ ਸਪਸ਼ਟ ਸ਼ਬਦਾਂ 'ਚ ਕਿਹਾ ਸੀ ਕਿ ਹਰ ਟ੍ਰਾਂਜੈਕਸ਼ਨ ਦੇ ਦੋ ਪੱਖ ਹੋਣਗੇ, ਇੱਕ ਉਹਦਾ ਡੈਬਿਟ ਪੱਖ ਹੋਏਗਾ, ਇੱਕ ਉਹਦਾ ਕ੍ਰੈਡਿਟ ਪੱਖ ਹੋਏਗਾ, ਇੱਕ ਦੇਣ ਵਾਲਾ ਪੱਖ ਹੋਏਗਾ, ਇੱਕ ਲੈਣ ਵਾਲਾ ਪੱਖ ਹੋਏਗਾ। ਜੇ ਕੋਈ ਇੱਕ ਜਣਾ ਲਾਭ ਲੈ ਰਿਹਾ ਤਾਂ ਦੂਜੇ ਨੂੰ ਉਸ ਲਾਭ ਦਾ ਬਰਾਬਰ ਤਿਆਗ ਕਰਨਾ ਪਊਗਾ। ਕੋਈ ਵੀ ਲੈਣ ਦੇਣ ਉਹਨਾਂ ਚਿਰ ਪੂਰਾ ਨਹੀਂ ਹੋਊਗਾ ਜਿੰਨਾ ਚਿਰ ਉਸ ਲੈਣ ਦੇਣ ਦੀਆਂ ਦੋ ਧਿਰਾਂ ਨਹੀਂ ਹੋਣਗੀਆਂ। ਇਹਦੇ ਨਾਲ ਮਹੱਤਵਪੂਰਨ ਕੀ ਆ ਕਿ ਜਦੋਂ ਡਬਲ ਐਂਟਰੀ ਸਿਸਟਮ ਅਸੀਂ ਲਾਗੂ ਕਰਾਂਗੇ ਇਹ ਆਟੋ ਪ੍ਰੋਸੈਸ ਦੇ ਵਿੱਚ ਸਾਡੇ ਖਾਤਿਆਂ ਨੂੰ ਜਿਹੜੀ ਗੁਣਾਤਮਕ ਗੁਣਾਂ ਵਾਲੀ ਆਪਾਂ ਕਹਿੰਦੇ ਗਿਣਾਤਮਕ ਕਹੀਏ ਗਿਣਤੀ ਵਾਲੀ ਸ਼ੁੱਧਤਾ ਜਿਹੜੀ ਹੈ ਉਹ ਪ੍ਰਦਾਨ ਕਰਦਾ। ਭਾਵ ਤੁਹਾਨੂੰ ਉਹਦੀ ਪਤਾ ਲੱਗ ਜੂ ਜੇ ਹੁਣ ਮੈਂ ਕਹਿਦਾ ਕਿ ਅਸੀਂ ਫਰਨੀਚਰ ਖਰੀਦਿਆ, ਫਰਨੀਚਰ ਖਰੀਦ ਲਿਆ, ਵਪਾਰ 'ਚ ਕੀ ਆ ਗਿਆ? ਫਰਨੀਚਰ ਆ ਗਿਆ ਤੇ ਗਿਆ ਕੀ ਹੈ? ਕੈਸ਼। ਜੇ ਕੈਸ਼ ਖਰੀਦਿਆ ਇਹਦਾ ਮਤਲਬ ਇੱਕ ਐਸੈਟ ਵੱਧ ਗਈ ਦੂਜੀ ਐਸੈਟ ਘਟ ਗਈ, ਕੁੱਲ ਅਸਰ ਉਨਾ ਹੀ ਹੋ ਗਿਆ। ਫਰਨੀਚਰ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ। ਜੇ ਮੈਂ ਕਹਿੰਦਾ ਕਿ ਫਰਨੀਚਰ ਉਧਾਰ ਖਰੀਦਿਆ ਇਹਦਾ ਮਤਲਬ ਫਰਨੀਚਰ ਬਿਜ਼ਨਸ 'ਚ ਆ ਗਿਆ। ਫਰਨੀਚਰ ਕੀ ਆ? ਐਸੈਟ, ਵਾਧਾ ਹੋ ਗਿਆ। ਉਧਾਰ ਖਰੀਦਿਆ ਕਿਸੇ ਵਿਅਕਤੀ ਤੋਂ ਖਰੀਦਿਆ, ਉਹਦੇ ਪੈਸੇ ਤੁਸੀਂ ਦੇਣੇ ਹੋ ਗਏ, ਉਹਨੇ ਪੈਸੇ ਨਾਲ ਤੁਹਾਡੀ ਲਾਇਬਿਲਿਟੀ ਵੱਧ ਗਈ। ਤਾਂ ਜਦੋਂ ਵੀ ਇਹ ਸਾਰਾ ਸਿਸਟਮ ਚੱਲੇਗਾ ਇਹਨਾਂ ਨੇ ਇੱਕ ਗੱਲ ਯਕੀਨੀ ਬਣਾਉਣੀ ਆ ਕਿ ਅਕਾਊਂਟਿੰਗ ਇਕੁਏਸ਼ਨ ਇਹ ਜਿਹੜਾ ਜੋੜ ਹੈ ਤੇ ਇਹ ਜੋੜ ਹੈ ਇਹ ਹਮੇਸ਼ਾ ਹਰ ਹਾਲਤ ਦੇ ਵਿੱਚ ਬਰਾਬਰ ਰਹੂਗਾ। ਇਸ ਵਿੱਚ ਕਦੇ ਵੀ ਤਬਦੀਲੀ ਨਹੀਂ ਆ ਸਕਦੀ। ਤੇ ਸਾਰੀ ਅਕਾਊਂਟਿੰਗ ਦੀਆਂ ਜਿੰਨੀਆਂ ਐਂਟਰੀਆਂ ਆਪਾਂ ਜਰਨਲ ਰਾਹੀਂ ਮੈਂ ਪਹਿਲੇ ਲੈਕਚਰ 'ਚ ਵੀ ਸਮਝਾਈਆਂ ਸੀ, ਅੱਗੇ ਹੋਰ ਕਰਾਂਗੇ, ਜਰਨਲ ਦੀਆਂ ਜਿੰਨੀਆਂ ਐਂਟਰੀਆਂ ਹੋਣਗੀਆਂ ਉਹਨਾਂ ਦੇ ਵਿੱਚ ਇਹ ਯਕੀਨੀ ਬਣਾਉਣਾ ਕਿ ਡੈਬਿਟ ਐਂਟਰੀਆਂ ਕ੍ਰੈਡਿਟ ਐਂਟਰੀਆਂ ਦੋਨੋਂ ਬਰਾਬਰ
ਚੱਲਣਗੀਆਂ, ਲੈਣ ਵਾਲਾ ਪੱਖ ਦੇਣ ਵਾਲਾ ਪੱਖ ਬਰਾਬਰ ਚੱਲੇਗਾ। ਇਹ ਸੰਖੇਪ ਦੇ ਵਿੱਚ ਡਬਲ ਐਂਟਰੀ ਸਿਸਟਮ ਦੀ ਗੱਲ ਮੈਂ ਤੁਹਾਡੇ ਨਾਲ ਕੀਤੀ। ਸੋ ਹੁਣ ਇਸ ਤੋਂ ਅੱਗੇ ਆਪਾਂ ਕੁਝ ਐਗਜ਼ਾਮਪਲਸ ਡਿਸਕਸ ਕਰਾਂਗੇ। ਉਹ ਐਗਜ਼ਾਮਪਲਸ ਲੈ ਕੇ ਮੈਂ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਿਚੁਏਸ਼ਨ ਸਮਝਾਵਾਂਗਾ ਤਾਂ ਜੋ ਤੁਹਾਨੂੰ ਅਕਾਊਂਟਿੰਗ ਇਕੁਏਸ਼ਨ ਦਾ ਇਹ ਫਾਰਮੂਲਾ ਚੰਗੀ ਤਰ੍ਹਾਂ ਸਮਝ ਆ ਸਕੇ। ਕਿਹੜਾ ਫਾਰਮੂਲਾ? ਕੈਪੀਟਲ ਪਲੱਸ ਲਾਇਬਿਲਿਟੀਜ਼ ਇਜ਼ ਇਕੁਅਲ ਟੂ ਐਸੈਟਸ। ਆਪਣੀ ਪਹਿਲੀ ਉਦਾਹਰਨ ਹੈ ਕਿ ਜੇ ਵਪਾਰ ਦੀ ਪੂੰਜੀ 80,000 ਰੁਪਏ ਹੋਵੇ ਤੇ ਦੇਣਦਾਰੀਆਂ 50,000 ਰੁਪਏ ਹੋਣ ਤਾਂ ਕੁੱਲ ਸੰਪਤੀਆਂ ਕਿੰਨੀਆਂ ਹੋਣਗੀਆਂ। ਦੇਖੋ ਆਪਾਂ ਗੱਲ ਕਰਕੇ ਹਟਿਆ ਅਕਾਊਂਟਿੰਗ ਇਕੁਏਸ਼ਨ ਦੀ ਕਿ ਕੁੱਲ ਸੰਪਤੀਆਂ ਬਰਾਬਰ ਹੁੰਦੀਆਂ ਨੇ ਕੈਪੀਟਲ ਪਲੱਸ ਲਾਇਬਿਲਿਟੀਜ਼ ਦੇ। ਸਾਨੂੰ ਪੂੰਜੀ ਕਿੰਨੀ ਦਿੱਤੀ ਹੋਈ ਆ? 80,000। ਲਾਇਬਿਲਿਟੀਜ਼ ਕਿੰਨੀਆਂ ਦਿੱਤੀਆਂ ਹੋਈਆਂ ਨੇ? 50,000। ਤਾਂ ਟੋਟਲ ਐਸੈਟਸ, ਬੜਾ ਸੌਖਾ ਕੰਮ, ਟੋਟਲ ਐਸੈਟਸ ਇਕੁਅਲ ਟੂ ਕੈਪੀਟਲ ਪਲੱਸ ਲਾਇਬਿਲਿਟੀਜ਼ 80,000 ਪਲੱਸ 50,000 1,30,000। ਤਾਂ ਸਾਡਾ ਜਵਾਬ ਕੀ ਆ ਗਿਆ ਕਿ ਕੁੱਲ ਐਸੈਟਸ ਕਿੰਨੀਆਂ ਹੋਣਗੀਆਂ? 1,30,000। ਹੁਣ ਆਪਾਂ ਦੂਜੀ ਉਦਾਹਰਨ ਦੇਖਦੇ ਹਾਂ ਜਿਹੜੀ ਪਹਿਲੀ ਨਾਲੋਂ ਥੋੜੀ ਜਿਹੀ ਔਖੀ ਆ। ਕੈਲਕੂਲੇਟ ਟੋਟਲ ਇਕੁਇਟੀ ਇਫ ਓਨਰਸ ਇਕੁਇਟੀ ਇਨ the beginning is 80,000, equity of creditors at the end is rupees 70,000, revenue during the period is rupees 90,000, expenses during the same period are rupees 85,000. Also calculate the amount of owner's equity at the end. ਦੇਖੋ ਮੈਂ ਅਕਾਊਂਟਿੰਗ ਇਕੁਏਸ਼ਨ ਸਮਝਾਉਣ ਵੇਲੇ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਕੈਪੀਟਲ ਆ ਉਹਨੂੰ ਅਸੀਂ ਓਨਰ ਦੀ ਇਕੁਇਟੀ ਕਹਿੰਦੇ ਆ, ਜਿਹੜੀ ਲਾਇਬਿਲਿਟੀ ਆ ਉਹਨੂੰ ਅਸੀਂ ਕ੍ਰੈਡੀਟਰਸ ਦੀ ਇਕੁਇਟੀ ਵੀ ਕਹਿ ਦਿੰਦੇ ਆ, ਤੇ ਜਿਹੜਾ ਟੋਟਲ ਆ ਜਾਂਦਾ ਉਹਨਾਂ ਦੋਨਾਂ ਦਾ ਉਹਨੂੰ ਅਸੀਂ ਟੋਟਲ ਇਕੁਇਟੀ ਵੀ ਆਖ ਦਿੰਦੇ ਆ। ਹੁਣ ਇੱਥੇ ਇਹਨੇ ਸਾਨੂੰ ਕੀ ਦਿੱਤਾ? ਓਨਰ ਦੀ ਇਕੁਇਟੀ ਦਿੱਤੀ ਆ ਸ਼ੁਰੂ 'ਚ 80,000 ਰੁਪਏ ਤੇ ਕ੍ਰੈਡੀਟਰਸ ਦੀ ਇਕੁਇਟੀ ਦਿੱਤੀ ਆ ਐਂਡ ਤੇ, ਸਾਲ ਦੇ ਐਂਡ ਤੇ। ਉਹ ਦਿੱਤੀ ਆ ਸ਼ੁਰੂ 'ਚ, ਯਾਦ ਰੱਖਣਾ। ਤੇ ਸਾਲ ਦੌਰਾਨ, ਉਸ ਸਮੇਂ ਦੌਰਾਨ ਰੈਵਨਿਊ ਕਿੰਨਾ ਹੋਇਆ, ਪ੍ਰੋਫਿਟ ਕਿੰਨਾ ਹੋਇਆ? 90,000। ਖਰਚੇ ਕਿੰਨੇ ਹੋਏ? 85,000। ਤਾਂ ਹੁਣ ਉਹਨੇ ਸਾਨੂੰ ਕਿਹਾ ਕਿ ਤੁਸੀਂ ਦੋ ਗੱਲਾਂ ਦੱਸੋ, ਇੱਕ ਤਾਂ ਟੋਟਲ ਇਕੁਇਟੀ ਦੱਸ ਦਿਓ ਐਂਡ ਤੇ ਕਿੰਨੀ ਆ, ਤੇ ਓਨਰ ਦੀ ਇਕੁਇਟੀ ਐਂਡ ਦੇ ਉੱਤੇ ਕਿੰਨੀ ਆ। ਟੋਟਲ ਇਕੁਇਟੀ ਦਾ ਫਾਰਮੂਲਾ ਬੜਾ ਸਿੰਪਲ ਸੀ। ਟੋਟਲ ਇਕੁਇਟੀ ਕਾਹਦੇ ਬਰਾਬਰ ਹੋਊ? ਓਨਰ ਦੀ ਇਕੁਇਟੀ ਪਲੱਸ ਕ੍ਰੈਡੀਟਰਸ ਦੀ ਇਕੁਇਟੀ। ਹੁਣ ਓਨਰ ਦੀ ਇਕੁਇਟੀ ਦੇਖੋ ਅਸੀਂ ਕਿਵੇਂ ਕੱਢਣੀ ਆ। ਓਨਰ ਦੀ ਇਕੁਇਟੀ ਜਿੰਨੀ ਸਾਡੇ ਕੋਲੇ ਸ਼ੁਰੂ 'ਚ ਪੈਸੇ ਨੇ ਉਹ ਲੈ ਲਓ, ਉਹ 'ਚ ਜਿੰਨਾ ਮੁਨਾਫਾ ਹੋ ਗਿਆ, ਰੈਵਨਿਊ ਹੋ ਗਿਆ, ਉਹ ਜੋੜ ਦਿਓ, ਜਿੰਨੀ ਇਨਕਮ ਹੋਈ ਹੈ, ਜਿੰਨੇ ਖਰਚੇ ਹੋਏ ਉਹ ਘਟਾ ਦਿਓ। ਤਾਂ ਭਾਵ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕੈਪੀਟਲ ਬੰਦਾ ਕਿਉਂ ਲਾਉਂਦਾ? ਪ੍ਰੋਫਿਟ ਲਈ। ਤਾਂ ਜਿੰਨਾ ਪ੍ਰੋਫਿਟ ਹੋਇਆ ਉਹਨਾਂ ਪੂੰਜੀ 'ਚ ਐਡ ਹੋਣਾ। 80,000 ਦੀ ਪੂੰਜੀ ਸੀ ਸ਼ੁਰੂ 'ਚ, 90,000 ਰੁਪਏ ਦੀ ਸਾਲ 'ਚ ਕੁੱਲ ਆਮਦਨ ਹੋਈ, 85,000 ਰੁਪਏ ਦੇ ਕੁੱਲ ਹੋਏ ਖਰਚੇ। ਤਾਂ 80,000 'ਚ ਜੋੜੇ 90,000 ਤੇ ਘਟਾਤੇ 85,000, ਬਾਕੀ ਕਿੰਨੇ ਬਚ ਗਏ? 85,000। ਤਾਂ ਓਨਰ ਦੀ ਇਕੁਇਟੀ ਸਾਲ ਦੇ ਐਂਡ ਤੇ ਕਿੰਨੀ ਰਹੇਗੀ? 85,000। ਇਸ 85,000 ਦੇ ਵਿੱਚ ਜਦੋਂ ਅਸੀਂ ਕ੍ਰੈਡੀਟਰ ਦੀ ਇਕੁਇਟੀ 70,000 ਜੋੜ ਦਿੰਦੇ ਆ ਤਾਂ ਕੁੱਲ ਇਕੁਇਟੀ ਸਾਡੀ ਕਿੰਨੀ ਬਣ ਜਾਂਦੀ ਆ? 1,55,000। ਯਾਦ ਰੱਖਣਾ, ਓਨਰ ਦੀ ਇਕੁਇਟੀ ਕੱਢਣ ਵੇਲੇ, ਕੈਪੀਟਲ ਕੱਢਣ ਵੇਲੇ, ਕੈਪੀਟਲ ਵਿੱਚ ਜੇ ਕੋਈ ਸ਼ੁੱਧ ਪ੍ਰੋਫਿਟ ਹੋਇਆ ਹੈ, ਮੁਨਾਫਾ ਹੋਇਆ ਹੈ, ਲਾਭ ਹੋਇਆ ਹੈ, ਉਹ ਜੁੜੇਗਾ। ਜੇ ਲਾਸ ਹੋਇਆ ਹੈ, ਨੈਟ ਲਾਸ ਆ, ਉਹ ਘਟੇਗਾ। ਸੋ ਪੂੰਜੀ ਦੇ ਵਿੱਚ ਲਾਭ ਨੂੰ ਜੋੜਨਾ, ਘਾਟੇ ਨੂੰ ਘਟਾਉਣਾ। ਟੋਟਲ ਇਕੁਇਟੀ ਕਿਵੇਂ ਕੱਢਣੀ ਆ? ਕੈਪੀਟਲ ਨੂੰ ਜੋੜ ਦਿਓ ਤੇ ਲਾਇਬਿਲਿਟੀਜ਼ ਨੂੰ ਜੋੜ ਦਿਓ। ਕੈਪੀਟਲ ਐਂਡ ਤੇ 85,000 ਬਣ ਗਈ, ਦੂਜੀ ਚੀਜ਼ ਬਣ ਗਈ ਸਾਡੀ 70,000 ਤੇ ਕੁੱਲ ਇਕੁਇਟੀ ਸਾਡੀ ਬਣ ਗਈ 1,55,000। ਤੀਜੀ ਐਗਜ਼ਾਮਪਲ ਦੇ ਵਿੱਚ ਸਾਨੂੰ ਕਲੋਜ਼ਿੰਗ ਕੈਪੀਟਲ ਤੇ ਪ੍ਰੋਫਿਟ ਕੱਢਣ ਨੂੰ ਕਿਹਾ। ਸਟੇਟਮੈਂਟ 'ਚ ਕੀ ਕੀਤਾ ਕਿ ਰਾਜਵਿੰਦਰ ਨੇ 1 ਅਪ੍ਰੈਲ 2019 ਨੂੰ 15,000 ਰੁਪਏ ਦੀ ਪੂੰਜੀ ਨਾਲ ਆਪਣਾ ਵਪਾਰ ਸ਼ੁਰੂ ਕੀਤਾ ਔਰ 31 ਮਾਰਚ 2020 ਨੂੰ ਉਹਦੀਆਂ ਕੁੱਲ ਐਸੈਟਸ 25,000 ਸੀ, ਲਾਇਬਿਲਿਟੀਜ਼ 5,000 ਸੀ। ਤੇ ਪੁੱਛਿਆ ਕੀ ਆ ਕਿ ਇੱਕ ਤਾਂ ਕਲੋਜ਼ਿੰਗ ਕੈਪੀਟਲ ਭਾਵ 31 ਮਾਰਚ 2020 ਨੂੰ ਪੂੰਜੀ ਕਿੰਨੀ ਸੀ ਤੇ ਪ੍ਰੋਫਿਟ ਕਿੰਨੇ ਆ। ਦੇਖੋ ਬੜੀ ਸੁਖਾਲੀ ਗੱਲ ਆ। ਪਹਿਲਾਂ ਤਾਂ ਆਪਾਂ ਅਕਾਊਂਟਿੰਗ ਇਕੁਏਸ਼ਨ ਲਾਈਏ 31 ਮਾਰਚ 20 ਦੀ ਸਥਿਤੀ ਲੱਭਣ ਲਈ। 31 ਮਾਰਚ 20 ਨੂੰ ਅਕਾਊਂਟਿੰਗ ਇਕੁਏਸ਼ਨ ਜਦੋਂ ਅਸੀਂ ਲਾਉਨੇ ਆ, ਸਾਡੇ ਟੋਟਲ ਐਸੈਟਸ ਬਰਾਬਰ ਆ ਕੈਪੀਟਲ ਪਲੱਸ ਲਾਇਬਿਲਿਟੀਜ਼। ਟੋਟਲ ਐਸੈਟਸ ਸਾਨੂੰ ਕਿੰਨੇ ਦਿੱਤੀਆਂ ਹੋਈਆਂ ਨੇ? 25,000। ਇਹ ਕਾਹਦੇ ਬਰਾਬਰ ਨੇ? ਕੈਪੀਟਲ ਪਲੱਸ ਲਾਇਬਿਲਿਟੀ। ਕੈਪੀਟਲ ਸਾਨੂੰ ਦਿੱਤੀ ਨਹੀਂ, ਉਹ ਕੱਢਣੀ ਆ। ਤੇ ਲਾਇਬਿਲਿਟੀਜ਼ ਕਿੰਨੀਆਂ ਦਿੱਤੀਆਂ? 5,000। तो 25,000 बराबर है कैपिटल प्लस रुपीज़ 5,000।
ਹੁਣ ਕੈਪੀਟਲ ਨੂੰ ਅਸੀਂ ਦੂਜੇ ਪਾਸੇ ਲਿਆਈਏ ਤੇ 25000 ਚੋਂ ਲਾਇਬਿਲਿਟੀਜ਼ ਘਟਾ ਦਈਏ। ਇਕੁਏਸ਼ਨ ਕੀ ਬਣਾ ਦਈਏ? ਕੈਪੀਟਲ ਬਰਾਬਰ ਹੈ ਐਸੈਟ ਮਾਈਨਸ ਲਾਇਬਿਲਿਟੀਜ਼। तो 25000 ਚੋਂ ਅਸੀਂ 5 ਘਟਾਤਾ, ਸਾਡੀ ਕਲੋਜ਼ਿੰਗ ਕੈਪੀਟਲ ਕਿੰਨੀ ਆ ਗਈ? 20000। ਹੁਣ ਸਾਡੇ ਕੋਲੇ ਓਪਨਿੰਗ ਕੈਪੀਟਲ ਵੀ ਦਿੱਤੀ ਆ, ਕਲੋਜ਼ਿੰਗ ਵੀ ਦਿੱਤੀ ਆ। ਮੈਂ ਤੁਹਾਨੂੰ ਕੀ ਦੱਸਿਆ ਸੀ ਪਹਿਲੇ ਸਵਾਲ 'ਚ ਕਿ ਪੂੰਜੀ ਦੇ ਵਿੱਚ ਵਾਧਾ ਕਾਹਦੇ ਨਾਲ ਹੁੰਦਾ? ਪ੍ਰੋਫਿਟ ਨਾਲ। ਇਹਦਾ ਮਤਲਬ ਜੇ ਪ੍ਰੋਫਿਟ ਹੋਇਆ ਤਾਂ ਹੀ ਉਹ ਪੂੰਜੀ ਵਧੀ ਆ, ਤਾਂ ਅਸੀਂ ਪ੍ਰੋਫਿਟ ਕਿਵੇਂ ਕੱਢਣਾ? ਕਲੋਜ਼ਿੰਗ ਕੈਪੀਟਲ ਮਾਈਨਸ ਓਪਨਿੰਗ ਕੈਪੀਟਲ। ਕਿ ਸਾਡੇ ਕੋਲੇ ਹੁਣ ਪੂੰਜੀ ਕਿੰਨੀ ਹੈ, ਸ਼ੁਰੂ 'ਚ ਕਿੰਨੀ ਸੀ? ਸਾਡੇ ਕੋਲੇ ਹੁਣ ਪੂੰਜੀ ਕਿੰਨੀ ਆਈ ਹੈ? 20000। ਸ਼ੁਰੂ 'ਚ ਕਿੰਨੀ ਸੀ? 15। ਇਹ 5000 ਰੁਪਏ ਫਿਰ ਕਾਹਦਾ ਆ ਗਿਆ? ਪ੍ਰੋਫਿਟ ਦਾ ਆ ਗਿਆ। ਬਾਈ ਦਾ ਵੇ ਇਹ ਮਾਈਨਸ 'ਚ ਵੀ ਆ ਸਕਦਾ, ਜੇ ਮਾਈਨਸ 'ਚ ਆ ਜਾਏ ਫਿਰ ਇਹ ਲਾਸ ਹੋ ਸਕਦਾ। ਭਾਵ ਕਿ ਜੇ ਕਲੋਜ਼ਿੰਗ ਕੈਪੀਟਲ ਘੱਟ ਹੋਵੇ, ਓਪਨਿੰਗ ਵੱਧ ਜੇ, ਫਿਰ ਲਾਸ ਹੋਊਗਾ। ਹੁਣ ਕੀ ਹੋ ਗਿਆ ਸਾਡੇ ਕੋਲੇ? ਪ੍ਰੋਫਿਟ ਹੋ ਗਿਆ। ਕਲੋਜ਼ਿੰਗ ਕੈਪੀਟਲ ਮਾਈਨਸ ਓਪਨਿੰਗ ਕੈਪੀਟਲ 20000 ਮਾਈਨਸ 15000 ਬਰਾਬਰ 5000 ਰੁਪਇਆ ਸਾਡਾ ਪ੍ਰੋਫਿਟ ਆ ਗਿਆ। 20000 ਰੁਪਇਆ ਸਾਡੀ ਕੁੱਲ ਪੂੰਜੀ ਆ ਗਈ। ਤਾਂ ਇਦਾਂ ਅਕਾਊਂਟਿੰਗ ਇਕੁਏਸ਼ਨ ਨੂੰ ਵਰਤ ਕੇ ਅਸੀਂ ਇਹਨੂੰ ਸੋਲਵ ਕੀਤਾ ਹੈ। ਚੌਥੀ ਐਗਜ਼ਾਮਪਲ ਜੋ ਅਸੀਂ ਕਰਨੀ ਆ, ਇਹਦੇ ਵਿੱਚ ਸਾਨੂੰ ਕੀ ਆ? 31 ਮਾਰਚ 2020 ਨੂੰ ਸਾਲ ਦੇ ਐਂਡ ਦੇ ਉੱਤੇ ਦੱਸਿਆ ਹੋਇਆ ਕਿ ਕੁੱਲ ਐਸੈਟਸ 2 ਲੱਖ ਦੀਆਂ ਨੇ ਤੇ ਲਾਇਬਿਲਿਟੀਜ਼ 6000 ਦੀਆਂ ਨੇ। ਤੇ ਡਿਊਰਿੰਗ ਦਾ ਈਅਰ, ਸਾਲ ਦੌਰਾਨ ਕੀ ਕੀਤਾ? ਪ੍ਰੋਪਰਾਈਟਰ ਨੇ 20000 ਰੁਪਏ ਦੀ ਐਡੀਸ਼ਨਲ ਪੂੰਜੀ ਲਾਤੀ, 12000 ਰੁਪਏ ਦੀ ਉਹਨੇ ਡਰਾਇੰਗ ਕਰ ਲਈ ਤੇ ਪ੍ਰੋਫਿਟ ਕਿੰਨਾ ਹੋਇਆ ਸਾਲ 'ਚ? 20000। ਹੁਣ ਸਾਨੂੰ ਕਹਿੰਦਾ ਕੀ ਆ ਕਿ ਕੈਪੀਟਲ ਕੱਢੋ 1 ਅਪ੍ਰੈਲ 2019 ਨੂੰ ਕੀ ਸੀ ਸ਼ੁਰੂ ਦੀ ਕੈਪੀਟਲ। ਦੇਖੋ, ਇਹਨੂੰ ਕੱਢਣ ਲਈ ਸਾਨੂੰ ਸਭ ਤੋਂ ਪਹਿਲਾਂ ਤਾਂ 31 ਮਾਰਚ 20 ਨੂੰ ਪਤਾ ਹੋਣੀ ਚਾਹੀਦੀ ਵੀ ਪੂੰਜੀ ਕਿੰਨੀ ਆ। 31 ਮਾਰਚ 20 ਨੂੰ ਸਾਡੇ ਲਈ ਕੱਢਣੀ ਬਹੁਤ ਸੌਖੀ ਆ। ਕਿਵੇਂ? ਐਸੈਟ ਦੇ ਵਿੱਚੋਂ ਲਾਇਬਿਲਿਟੀਜ਼ ਘਟਾ ਦਿਓ, 31 ਮਾਰਚ 20 ਦੀ ਪੂੰਜੀ ਆ ਜਾਊ। ਐਸੈਟਸ ਕਿੰਨੀਆਂ ਨੇ? 2 ਲੱਖ। ਲਾਇਬਿਲਿਟੀਜ਼ ਕਿੰਨੀਆਂ ਨੇ? 6000। ਅਸੀਂ 2 ਲੱਖ ਚੋਂ 6000 ਰੁਪਏ ਘਟਾਤਾ ਤਾਂ ਸਾਡੀ ਕਲੋਜ਼ਿੰਗ ਕੈਪੀਟਲ ਆ ਗਈ 1,94,000। ਹੁਣ ਯਾਦ ਕੀ ਰੱਖਣਾ? ਮੈਂ ਤੁਹਾਨੂੰ ਗੱਲ ਸਮਝਾਈ ਸੀ ਕਿ ਜਿਹੜੀ ਕੈਪੀਟਲ ਆ ਉਹ 'ਚ ਪ੍ਰੋਫਿਟ ਐਡ ਹੋਊਗਾ, ਪ੍ਰੋਫਿਟ ਵਿੱਚ ਐਡ ਹੋਊਗਾ। ਜੇ ਕੋਈ ਹੋਰ ਕੈਪੀਟਲ ਉਹਨੇ ਲਿਆਂਦੀ ਆ ਉਹ ਵੀ ਐਡ ਹੋਊਗੀ, ਨਵੀਂ ਪੂੰਜੀ ਪਾਈ ਆ, ਐਡੀਸ਼ਨਲ ਪੂੰਜੀ ਪਾਈ ਆ। ਤੇ ਜੇ ਕੋਈ ਡਰਾਇੰਗ ਕੀਤੀਆਂ ਨੇ, ਡਰਾਇੰਗ ਮੀਨਸ ਪ੍ਰੋਪਰਾਈਟਰ ਦੁਆਰਾ ਘਰੇਲੂ ਵਰਤੋਂ ਲਈ ਪੈਸਾ ਕਢਾਇਆ ਗਿਆ, ਉਹ ਮਾਈਨਸ ਹੋਣਗੀਆਂ। ਹੁਣ ਸਾਡੀ ਇਕੁਏਸ਼ਨ ਦੇਖੋ, ਮੈਂ ਲਿਖੀ ਓਪਨਿੰਗ ਕੈਪੀਟਲ, ਇਹ 'ਚ ਐਡ ਹੁੰਦਾ ਪ੍ਰੋਫਿਟ, ਐਡ ਹੋ ਗਈ ਐਡੀਸ਼ਨਲ ਕੈਪੀਟਲ, ਮਾਈਨਸ ਜੇ ਕੋਈ ਡਰਾਇੰਗ ਨੇ, ਇਹ ਬਰਾਬਰ ਕਾਹਦੇ ਆ ਜਾਣਗੀਆਂ? ਕਲੋਜ਼ਿੰਗ ਕੈਪੀਟਲ ਦੇ ਬਰਾਬਰ ਆ ਜਾਣਗੀਆਂ। ਭਾਵ ਕੀ ਆ? ਸਾਲ ਦੇ ਸ਼ੁਰੂ 'ਚ ਜਿੰਨੀ ਤੁਹਾਡੀ ਪੂੰਜੀ ਸੀ ਉਹ 'ਚ ਜਿੰਨਾ ਲਾਭ ਕਮਾਇਆ ਐਡ ਕਰ ਦਿਓ, ਜਿੰਨੀ ਨਵੀਂ ਪੂੰਜੀ ਲਿਆਂਦੀ ਐਡ ਕਰ ਦਿਓ, ਜਿੰਨੀ ਡਰਾਇੰਗ ਕੀਤੀ ਉਹ ਮਾਈਨਸ ਕਰ ਦਿਓ। ਤੁਹਾਡੀ ਐਂਡ ਵਾਲੀ ਪੂੰਜੀ ਬਣ ਗਈ ਸਾਲ ਦੇ ਐਂਡ ਤੇ। ਹੁਣ ਸਾਨੂੰ ਓਪਨਿੰਗ ਕੈਪੀਟਲ ਉਹਨੇ ਪੁੱਛਿਆ, ਕੱਢਣ ਨੂੰ ਦਿੱਤੀ ਨਹੀਂ। ਬਾਕੀ ਚੀਜ਼ਾਂ ਸਾਨੂੰ ਦਿੱਤੀਆਂ ਹੋਈਆਂ ਨੇ। ਦੇਖੋ, ਓਪਨਿੰਗ ਕੈਪੀਟਲ ਪਲੱਸ ਪ੍ਰੋਫਿਟ ਕਿੰਨਾ ਕਰ ਦਿਓ? 20000। ਐਡੀਸ਼ਨਲ ਪੂੰਜੀ ਕਿੰਨੀ ਲਿਆਇਆ ਉਹ? 20000। ਡਰਾਇੰਗ ਕਿੰਨੀ ਕੀਤੀ ਆ? 12। ਇਹਨੂੰ ਮਾਈਨਸ ਕਰਤਾ ਤਾਂ ਇਹ ਬਰਾਬਰ ਕਾਹਦੇ ਆ? ਕਲੋਜ਼ਿੰਗ ਕੈਪੀਟਲ ਦੇ। ਕਲੋਜ਼ਿੰਗ ਕੈਪੀਟਲ ਅਸੀਂ ਉੱਤੇ ਕੱਢ ਲਈ 1,94,000। ਤਾਂ ਹੁਣ ਕੈਪੀਟਲ ਨੂੰ, ਓਪਨਿੰਗ ਨੂੰ ਕੱਢਣ ਦਾ ਸੁਖਾਲਾ ਢੰਗ ਹੋ ਗਿਆ ਕਿ ਓਪਨਿੰਗ ਕੈਪੀਟਲ ਬਰਾਬਰ ਹੈ 1,94,000 'ਚ ਜਿਹੜੀਆਂ ਇੱਧਰ ਪਲੱਸ ਨੇ ਉਹਨਾਂ ਨੂੰ ਮਾਈਨਸ ਕਰ ਦਿਓ, ਜਿਹੜੀ ਮਾਈਨਸ ਆ ਪਲੱਸ ਕਰ ਦਿਓ। 1,94,000 ਚੋਂ ਕਲੋਜ਼ਿੰਗ ਚੋਂ ਐਡੀਸ਼ਨਲ ਕੈਪੀਟਲ ਮਾਈਨਸ ਹੋ ਗਈ, ਪ੍ਰੋਫਿਟ ਮਾਈਨਸ ਹੋ ਗਿਆ, ਡਰਾਇੰਗਸ ਐਡ ਹੋ ਗਈਆਂ ਤਾਂ ਸਾਡੇ ਕੋਲ ਸ਼ੁਰੂ ਵਾਲੀ ਪੂੰਜੀ ਆ ਗਈ 1,64,000। ਜੇ ਹੁਣ ਤੁਸੀਂ ਇਹਨੂੰ ਟੈਸਟ ਕਰਨਾ ਇਸ ਰਿਜ਼ਲਟ ਨੂੰ, ਸਾਡੀ ਸ਼ੁਰੂ ਦੀ ਪੂੰਜੀ ਕਿੰਨੀ ਹੈ? 1,64। ਇਹ 'ਚ ਪ੍ਰੋਫਿਟ ਨੂੰ ਐਡ ਕਰ ਦਿਓ 20000, ਇਹ 'ਚ ਐਡੀਸ਼ਨਲ ਕੈਪੀਟਲ ਐਡ ਕਰ ਦਿਓ 20000, ਇਹ 'ਚੋਂ ਡਰਾਇੰਗਸ ਮਾਈਨਸ ਕਰ ਦਿਓ ਤਾਂ ਕੁੱਲ ਜਿਹੜੀ ਰਕਮ ਆਊਗੀ ਫਿਰ ਉਹ ਕਲੋਜ਼ਿੰਗ ਕੈਪੀਟਲ ਦੇ ਬਰਾਬਰ ਹੀ ਆ ਜਾਊਗੀ 1,94,000। ਸੋ ਅਕਾਊਂਟਿੰਗ ਇਕੁਏਸ਼ਨ ਲਈ ਇੰਨਾ ਕੁ ਕਾਫੀ ਆ। ਆਪਣੀ ਕਿਤਾਬ ਦੇ ਵਿੱਚੋਂ ਅਭਿਆਸ ਕਰੋ। ਜੇ ਕੋਈ ਦਿੱਕਤ ਆਉਂਦੀ ਆ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਕਮੈਂਟ ਕਰਕੇ ਦੱਸੋ, ਮੈਂ ਜਵਾਬ ਦੇਵਾਂਗਾ। ਤੇ ਹਾਂ, ਮੇਰੇ ਚੈਨਲ ਸਿਰਜਣਾ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਇੱਥੇ ਅਕਾਊਂਟਿੰਗ ਦੇ ਵੀਡੀਓ ਵੀ ਦੇਖੋ ਔਰ ਨਾਲ ਮੋਟੀਵੇਸ਼ਨ ਦੀਆਂ ਵੀਡੀਓਜ਼ ਦੇਖੋ, ਅੰਗਰੇਜ਼ੀ ਸਿੱਖਣ ਦੀਆਂ ਵੀਡੀਓਜ਼ ਦੇਖੋ। ਸਾਡਾ ਮਕਸਦ ਇਹ ਹੈ ਕਿ ਸਾਡੇ ਨੌਜਵਾਨ ਵਿਦਿਆਰਥੀ ਵੱਧ ਤੋਂ ਵੱਧ ਗਿਆਨਵਾਨ ਬਣ ਸਕਣ ਤੇ ਆਪਣੇ ਪੰਜਾਬ ਦਾ ਨਾਮ ਦੁਨੀਆ ਵਿੱਚ ਰੌਸ਼ਨ ਕਰ ਸਕਣ।